ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਆਪ ਹਜ਼ੂਰੀ 'ਚ ਜੁੜ ਬੈਠੇ ਹੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੈ ਫਤਿਹ ਦਾ ਨਾਰਾ ਸਿਰ ਝੁਕਾ ਕੇ ਦੋਨੋਂ ਹੱਥ ਜੋੜ ਕੇ ਬੜੇ ਹੀ ਅਦਬ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਹੀ ਵਡਭਾਗੇ ਹੋ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਬਿਨਾਂ ਭਾਗਾਂ ਤੋਂ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਹੁੰਦੀਆਂ। ਸਤਿਗੁਰਾਂ ਦੇ ਫਰਮਾਨ ਨੇ, ਵਡਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਛੋਟਾ ਖਾਵਹਿ। ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਭਾਗਾਂ ਵਾਲੇ ਹੋ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰ ਰਹੇ ਹੋ। ਤੇ ਸਤ ਸੰਗਤ ਦੀਆਂ ਘੜੀਆਂ ਹੀ ਐਸੀਆਂ ਘੜੀਆਂ ਨੇ ਜਿੱਥੋਂ ਪਰਮੇਸ਼ਰ ਅਕਾਲ ਪੁਰਖ ਦੇ ਨਾਮ ਦਾ ਰੰਗ ਲੱਗਦਾ ਹੈ। ਸੋ ਸਤਿਗੁਰਾਂ ਨੇ ਇਸ ਪੌੜੀ ਦੇ ਵਿੱਚ ਵੀ ਸਤ ਸੰਗਤ ਦੀਆਂ ਘੜੀਆਂ ਦੀ ਮਹਿਮਾ ਸਾਨੂੰ ਸਰਵਣ ਕਰਵਾਉਣੀ ਹੈ। ਸਤਿਗੁਰੂ ਆਪ ਸਮੂਹ ਸੰਗਤਾਂ ਨੇ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ 10ਵੀਂ ਅਸ਼ਟਪਦੀ ਦੀ 5ਵੀਂ ਪੌੜੀ ਸਰਵਣ ਕੀਤੀ ਹੈ। ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ 10ਵੀਂ ਅਸ਼ਟਪਦੀ ਦੀ 6ਵੀਂ ਪੌੜੀ ਦੇ ਵਿੱਚ ਕੀ ਉਪਦੇਸ਼ ਕਰ ਰਹੇ ਨੇ, ਆਓ ਸਰਵਣ ਕਰੀਏ ਤੇ ਆਪਣਾ ਜੀਵਨ ਸਫਲਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ। ਕਈ ਕੋਟ ਭਏ ਬੈਰਾਗੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਅੱਜ ਕਥਨ ਕਰਦੇ ਹਨ ਕਿ ਕਈ ਕੋਟ ਭਏ ਬੈਰਾਗੀ। ਕਰੋੜਾਂ ਹੀ ਜੀਵ ਇਸ ਦੁਨੀਆ ਦੇ ਉੱਪਰ ਭਏ ਬੈਰਾਗੀ ਭਾਵ ਕਿ ਵਿਰਾਗਮਾਨ ਹੋਏ ਹਨ, ਵਿਰਾਗੀ ਹੋ ਗਏ ਨੇ, ਘਰ ਬਾਰ ਛੱਡ ਕੇ ਵਿਰਾਗ ਧਾਰ ਲਿਆ ਹੈ। ਸਤਿਗੁਰ ਕਿਰਪਾ ਕਰਦੇ ਹਨ ਕਿ ਕਈ ਇਸ ਤਰ੍ਹਾਂ ਦੇ ਵੀ ਵਿਰਾਗੀ ਹਨ ਕਿ ਜਿਹੜੇ ਪਰਮੇਸ਼ਰ ਅਕਾਲ ਪੁਰਖ ਨੂੰ ਮਿਲਣ ਕਰਕੇ ਵਿਰਾਗ ਧਾਰੀ ਬੈਠੇ ਹਨ ਕਿ ਉਹ ਪਰਮੇਸ਼ਰ ਬੜੇ ਹੀ ਵਿਰਾਗ ਦੇ ਵਿੱਚ ਰਹਿੰਦੇ ਨੇ, ਕਦੀ ਖੁਸ਼ ਨਹੀਂ ਹੁੰਦੇ। ਵਿਛੋੜਾ ਦੀ ਤਾਂਘ ਕਾਰਨ ਉਹ ਵਿਰਾਗ 'ਚ ਰਹਿੰਦੇ ਆ ਕਿ ਸਾਡਾ ਪਰਮੇਸ਼ਰ ਅਕਾਲ ਪੁਰਖ ਨਾਲੋਂ ਵਿਛੋੜਾ ਹੋਇਆ ਹੈ। ਜਿਵੇਂ ਸਤਿਗੁਰ ਕਹਿੰਦੇ ਵਿਛੁੜ ਕੇ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਕਿਉਂਕਿ ਇਹ ਮਾਇਆ ਜਦੋਂ ਅਸੀਂ ਮਾਤਾ ਦੇ ਗਰਭ 'ਚ ਹੁੰਦੇ ਹਾਂ ਤੇ ਪਰਮੇਸ਼ਰ ਅਕਾਲ ਪੁਰਖ ਨਾਲ ਲਿਵ ਲੱਗੀ ਹੁੰਦੀ ਆ। ਇਸ ਦੁਨੀਆ ਤੋਂ ਆਉਣ ਤੋਂ ਪਹਿਲਾਂ ਲਿਵ ਲੱਗੀ ਹੁੰਦੀ ਆ। ਜਿਹੜੇ ਉਹ ਸੰਤ ਮਹਾਂਪੁਰਸ਼ ਪਰਮੇਸ਼ਰ ਦੀ ਅਕਾਲ ਪੁਰਖ ਦੇ ਲਿਵ ਦੇ ਵਿੱਚ ਜਦੋਂ ਫਿਰ ਉਹਨਾਂ ਨੂੰ ਇੱਥੇ ਜਨਮ ਧਾਰਨ ਪਰ ਫਿਰ ਮਾਇਆ ਅਮਰ ਵਰਤਾਉਂਦੀ ਹੈ। ਸੋ ਕਈ ਇਸ ਵਿਰਾਗ ਕਰਕੇ ਵਿਛੋੜੇ ਕਰਕੇ ਵਿਰਾਗ ਕਰਦੇ ਹਨ ਕਿ ਸਾਡਾ ਪਰਮੇਸ਼ਰ ਅਕਾਲ ਪੁਰਖ ਨਾਲ ਵਿਛੋੜਾ ਪਿਆ ਹੈ। ਉਸਦੇ ਵਿਰਾਗ ਦੇ ਵਿੱਚ ਕਦੀ ਖੁਸ਼ ਨਹੀਂ ਹੁੰਦੇ। ਉਹ ਵਿਰਾਗ ਦੇ ਵਿੱਚ ਰਹਿੰਦੇ ਆ ਪਰਮੇਸ਼ਰ ਅਕਾਲ ਪੁਰਖ ਦੇ ਕਿ ਸਾਨੂੰ ਮਿਲਣਾ ਕਰੇ। ਤੇ ਕਈ ਐਸੇ ਵਿਰਾਗੀ ਨੇ ਜਿਹੜੇ ਘਰ ਬਾਰ ਛੱਡ ਕੇ ਚਲੇ ਜਾਂਦੇ ਨੇ। ਸੋ ਸਤਿਗੁਰੂ ਇੱਥੇ ਕਿਰਪਾ ਕਰਦੇ ਕਿ ਕਰੋੜਾਂ ਹੀ ਐਸੇ ਜੀਵ ਹਨ ਜਿਹੜੇ ਪਰਮੇਸ਼ਰ ਅਕਾਲ ਪੁਰਖ ਦੇ ਵਿਰਾਗ ਦੇ ਵਿੱਚ ਜੀ ਰਹੇ ਹਨ। ਰਾਮ ਨਾਮ ਸੰਗ ਤਿਨ ਲਿਵ ਲਾਗੀ। ਸਤਿਗੁਰ ਫਰਮਾਉਂਦੇ ਹਨ ਕਿ ਰਾਮ ਨਾਮ ਸੰਗ ਤਿਨ ਲਿਵ ਲਾਗੀ। ਰਾਮ ਨਾਮ ਉਸ ਪਰਮੇਸ਼ਰ ਅਕਾਲ ਪੁਰਖ ਦੀ ਸੰਗ ਮਿਲ ਕੇ ਜਿਨ੍ਹਾਂ ਨੂੰ ਵਿਰਾਗ ਆ ਪਰਮੇਸ਼ਰ ਅਕਾਲ ਪੁਰਖ ਨੂੰ ਮਿਲਣ ਦਾ, ਫਿਰ ਉਹਨਾਂ ਨੂੰ ਹੀ ਸਤਿਗੁਰ ਕਹਿੰਦੇ ਲਿਵ ਲਾਗੀ, ਭਾਵ ਕਿ ਉਹਨਾਂ ਦੀ ਹੀ ਸੁਰਤੀ ਉਹਨਾਂ ਦੀ ਹੀ ਲਿਵ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਇੱਕ ਮੇਕਰ ਹੋ ਕੇ ਲੱਗਦੀ ਹੈ। ਕਈ ਕੋਟ ਪ੍ਰਭ ਕਾ ਖੋਜੰ ਤੇ। ਕਰੋੜਾਂ ਹੀ ਜੀਵ ਇਸ ਤਰ੍ਹਾਂ ਹੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਨੂੰ ਖੋਜ ਰਹੇ ਹਨ, ਭਾਵ ਕਈ ਵਿਰਾਗੀ ਹੋ ਕੇ ਖੋਜ ਰਹੇ ਨੇ, ਕਈ ਜਤੀ ਸਤੀ ਬਣ ਕੇ ਖੋਜ ਰਹੇ ਨੇ,
ਇਸ ਤਰ੍ਹਾਂ ਬਹੁਤ ਤਰੀਕਿਆਂ ਦੇ ਨਾਲ ਉਸ ਪਰਮੇਸ਼ਰ ਕਾਲ ਪੁਰਖ ਨੂੰ ਲੱਭ ਰਹੇ ਨੇ, ਭਾਵ ਖੋਜ ਰਹੇ ਹਨ। ਆਤਮ ਮਹਿ ਪਾਰ ਬ੍ਰਹਮ ਲਹੰਤੇ। ਪਰ ਉਸ ਪਰਮੇਸ਼ਰ ਕਾਲ ਪੁਰਖ ਨੂੰ ਉਸਦੇ ਜਨ ਭਗਤ ਸੱਚਾ ਪ੍ਰੇਮ ਕਰਨ ਵਾਲੇ ਆਪਣੀ ਆਤਮਾ ਆਪਣੇ ਅੰਦਰ ਦੇ ਵਿੱਚੋਂ ਹੀ ਉਸ ਪਰਮੇਸ਼ਰ ਕਾਲ ਪੁਰਖ ਨੂੰ ਲੱਭ ਲੈਂਦੇ ਹਨ। ਕਈ ਕੋਟ ਦਰਸ਼ਨ ਪ੍ਰਭ ਪਿਆਸ। ਕਰੋੜਾਂ ਹੀ ਜੀਵ ਉਸ ਪਰਮੇਸ਼ਰ ਕਾਲ ਪੁਰਖ ਨੂੰ ਮਿਲਣ ਕਰਕੇ ਉਹਨਾਂ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਹੈ, ਕਿਉਂਕਿ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਨੇਕਾਂ ਦੁੱਖ ਟੁੱਟ ਜਾਂਦੇ ਨੇ। ਸਤਿਗੁਰ ਫਰਮਾਉਂਦੇ ਨੇ, ਕੋਟ ਅਪਰਾਧ ਮਿਟੇ ਤੇਰੀ ਸੇਵਾ, ਦਰਸ਼ਨ ਦੁਖੇ ਉਤਾਰੇ। ਕਰੋੜਾਂ ਹੀ ਪਾਪ ਸਤਿਗੁਰਾਂ ਦੀ ਸੇਵਾ ਕਰਨ ਦੇ ਨਾਲ ਮਿਟ ਜਾਂਦੇ ਨੇ, ਤੇ ਦਰਸ਼ਨ ਕਰਨ ਦੇ ਨਾਲ ਸਤਿਗੁਰਾਂ ਦੇ ਸਾਰੇ ਹੀ ਦੁੱਖ ਕਹਿੰਦੇ ਟੁੱਟ ਜਾਂਦੇ ਨੇ। ਭਾਵ ਕਿ ਅਸੀਂ ਅੱਜ ਡਾਕਟਰਾਂ ਦੇ ਦਰਸ਼ਨ ਕਰਨ ਵਾਸਤੇ ਚਲੇ ਜਾਂਦੇ ਹਾਂ, ਡਾਕਟਰ ਦੇ ਦਰਸ਼ਨ ਕਰਨੇ, ਰੋਜ਼ ਡਾਕਟਰ ਕੋਲ ਜਾਣਾ, ਭਾਵ ਕਿ ਸਾਡੇ ਦੁੱਖ ਟੁੱਟ ਜਾਣ। ਪਰ ਜਿਹੜੇ ਦੁੱਖ ਅਸਲ ਦੇ ਵਿੱਚ ਪਰਮੇਸ਼ਰ ਕਾਲ ਪੁਰਖ ਨੇ ਜਿਹੜਾ ਤੋੜਨੇ ਨੇ, ਔਖਦ ਮੰਤਰ ਮੂਲ ਮਨ ਏਕ ਹੈ, ਜੇਕਰ ਦ੍ਰਿੜ ਚਿਤ ਕੀਜੇ ਰੇ, ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਦੀਜਰੇ। ਔਖਦ ਨਾਮ ਉਹ ਪਰਮੇਸ਼ਰ ਕਾਲ ਪੁਰਖ ਦਾ ਵਾਹਿਗੁਰੂ ਗੁਰੂ ਮੰਤਰ, ਮੂਲ ਮੰਤਰ ਦਾ ਜਾਪ ਨਹੀਂ ਅਸੀਂ ਕਰਦੇ, ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਕਰਦੇ। ਇਸ ਤਰ੍ਹਾਂ ਫਿਰ ਸਾਡੇ ਜਿਹੜੇ ਦੁੱਖ ਨੇ, ਇਹ ਤਨ ਦੇ ਤੇ ਮਨ ਦੇ ਦੁੱਖ ਇਹ ਨਹੀਂ ਟੁੱਟਣਗੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਉਸ ਪਰਮੇਸ਼ਰ ਕਾਲ ਪੁਰਖ ਦੇ ਦਰਸ਼ਨ ਕਰਨੇ ਚਾਹੀਦੇ ਨੇ। ਜਦੋਂ ਅਸੀਂ ਦਰਸ਼ਨ ਕਰਾਂਗੇ, ਡਾਕਟਰਾਂ ਦੇ ਰੋਜ਼ ਦਰਸ਼ਨ ਕਰਨ ਚਲੇ ਜਾਂਦੇ ਆ, ਗੁਰੂ ਘਰੇ ਅਸੀਂ ਆਉਂਦੇ ਨਹੀਂ, ਭਾਵੇਂ ਸਾਡੇ ਵੱਖੋ ਵੱਖ ਗੁਰੂ ਘਰ ਬਣ ਚੁੱਕੇ ਨੇ, ਅਸੀਂ ਆਪ ਗੁਰੂ ਘਰ ਬਣਾਏ ਨੇ, ਪਰ ਤਾਂ ਵੀ ਅਸੀਂ ਦਰਸ਼ਨ ਕਰਨ ਜੇ ਨਾ ਆਈਏ ਤੇ ਸਤਿਗੁਰੂ ਕਹਿੰਦੇ ਜਿਹੜੇ ਮਰਜ਼ੀ ਡਾਕਟਰ ਦੇ ਕੋਲ ਚਲੇ ਜਾਓ, ਕੋਈ ਡਾਕਟਰ ਕੋਈ ਐਸੀ ਚਿੰਤਾ ਦੀ ਦਵਾਈ ਨਹੀਂ ਤੁਹਾਨੂੰ ਦੇ ਸਕਦਾ ਜੋ ਸਾਡੀਆਂ ਚਿੰਤਾ ਖਤਮ ਕਰ ਦੇਵੇ। ਸੋ ਸਤਿਗੁਰ ਇਹ ਚਿੰਤਾ ਦੀ ਦਵਾਈ ਦਿੰਦੇ ਨੇ, ਮਹਾ ਸੁੱਖਾਂ ਦੀ ਦਵਾਈ ਦਿੰਦੇ ਨੇ। ਜਿਹੜੇ ਵੀ ਦਰਸ਼ਨ ਕਰਦੇ ਨੇ, ਪ੍ਰਭੂ ਪਰਮੇਸ਼ਰ ਕਾਲ ਪੁਰਖ ਨੂੰ ਰੱਖਦੇ ਨੇ, ਉਹ ਸੁੱਖ ਪ੍ਰਾਪਤ ਕਰਦੇ ਨੇ। ਜਿਸ ਤਰ੍ਹਾਂ ਅੱਗੇ ਸਤਿਗੁਰ ਉਚਾਰਨ ਕਰਦੇ ਹਨ, ਕੋਟ ਅਪਰਾਧ ਮਿਟੈ ਤੇਰੀ ਸੇਵਾ, ਕਰੋੜਾਂ ਹੀ ਪਾਪ ਸੇਵਾ ਦੇ ਨਾਲ ਮਿਟ ਜਾਂਦੇ ਨੇ। ਦਰਸ਼ਨ ਦੁਖ ਉਤਾਰਿਓ, ਤੇ ਦਰਸ਼ਨ ਕਰਦੇ ਨਾਲ ਸਤਿਗੁਰ ਸਾਰੇ ਦੁੱਖ ਤੋੜ ਦਿੰਦੇ ਨੇ। ਨਾਮ ਜਪਤ ਮਹਾ ਸੁਖ ਪਾਇਓ, ਤੇ ਨਾਮ ਜਪਣਾ ਔਖਦ ਮੰਤਰ ਮੂਲ ਮਨ ਏਕ ਹੈ। ਵਾਹਿਗੁਰੂ ਪਰਮੇਸ਼ਰ ਕਾਲ ਪੁਰਖ ਦਾ ਵਾਹਿਗੁਰੂ ਗੁਰੂ ਮੰਤਰ ਨਾਮ ਜਪਣਾ ਹੈ, ਮੂਲ ਮੰਤਰ ਜਪਣਾ ਹੈ। ਸੋ ਨਾਮ ਜਪਤ ਮਹਾ ਸੁਖ ਪਾਇਓ, ਮਹਾ ਹੀ ਸੁਖ ਸਤਿਗੁਰ ਕਹਿੰਦੇ ਬਖਸ਼ ਦੇਵਾਂਗੇ। ਚਿੰਤਾ ਰੋਗ ਬਦਾਰਿਓ, ਤੇ ਚਿੰਤਾਵਾਂ ਵੀ ਮਿਟ ਜਾਣਗੀਆਂ। ਸੋ ਇਹ ਦਵਾਈਆਂ ਤੇ ਗੁਰੂ ਘਰ ਵਿਖੋਂ ਹੀ ਮਿਲਦੀਆਂ ਨੇ। ਇਹ ਦਵਾਈ ਜਿਹੜੀ ਇਹ ਚਿੰਤਾ ਦੀ ਦਵਾਈ ਆ ਤੇ ਮਹਾ ਸੁਖ ਇਹ ਪਰਮੇਸ਼ਰ ਕਾਲ ਪੁਰਖ ਹੀ ਬਖਸ਼ ਸਕਦਾ ਹੈ। ਸੋ ਸਤਿਗੁਰ ਇੱਥੇ ਕਿਰਪਾ ਕਰਦੇ ਹਨ ਕਿ ਕਈ ਕੋਟ ਦਰਸ਼ਨ ਪ੍ਰਾਪਿਆਸ, ਕਰੋੜਾਂ ਹੀ ਜੀਵ ਐਸੇ ਹਨ ਜਿਹੜੇ ਸਤਿਗੁਰਾਂ ਦੇ ਦਰਸ਼ਨ ਦੀ ਪਿਆਸ ਲੱਗੀ ਹੋਈ ਹੈ। ਤਿਨ ਕੋ ਮਿਲਿਓ ਪ੍ਰਭ ਵਿਨਾਸ਼। ਸਤਿਗੁਰੂ ਜਿਨ੍ਹਾਂ ਨੂੰ ਫਿਰ ਮੇਰੇ ਪਰਮੇਸ਼ਰ ਕਾਲ ਪੁਰਖ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੋਈ ਆ, ਉਹਨਾਂ ਨੂੰ ਹੀ ਤਿਨ ਕੋ ਮਿਲਿਓ ਪ੍ਰਭ ਵਿਨਾਸ਼, ਉਹਨਾਂ ਨੂੰ ਉਹ ਪਰਮੇਸ਼ਰ ਕਾਲ ਪੁਰਖ ਅਬਨਾਸੀ ਨਾਸ ਰਹਿਤ ਪ੍ਰਭੂ ਮਿਲਣਾ ਕਰਦਾ ਹੈ। ਕਈ ਕੋਟ ਮੰਗ ਹੈ ਸਤ ਸੰਗ। ਕਰੋੜਾਂ ਹੀ ਜੀਵ ਐਸੇ ਹਨ ਜਿਹੜੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਨਾ ਚਾਹੁੰਦੇ ਨੇ, ਜਿਹੜੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦੇ ਨੇ, ਜਿਹੜੇ ਉਸ ਪਰਮੇਸ਼ਰ ਕਾਲ ਪੁਰਖ ਦੇ ਜਿੱਥੇ ਨਾਮ ਦੀ ਮਹਿਮਾ ਚੱਲਦੀ ਹੋਵੇ, ਜਿੱਥੇ ਪਰਮੇਸ਼ਰ ਕਾਲ ਪੁਰਖ ਦੇ ਸ਼ਬਦ ਦੀ ਵਿਚਾਰ ਚੱਲਦੀ ਹੋਵੇ, ਜਿੱਥੇ ਗੁਰੂ ਦੀ ਬਾਣੀ ਦਾ ਕੀਰਤਨ ਹੁੰਦਾ ਹੋਵੇ, ਐਸੇ ਜੀਵ ਕਰੋੜਾਂ ਹੀ ਹਨ ਜਿਹੜੇ ਕਹਿੰਦੇ ਕਿ ਅਸੀਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੀਏ। ਪਰ ਕਈ ਐਸੇ ਜੀਵ ਹਨ ਕਿ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਕਰਦੀਆਂ, ਤੇ ਸਤ ਸੰਗਤ ਦੀਆਂ ਘੜੀਆਂ ਵੀ ਭਾਗਾਂ ਤੋਂ ਬਗੈਰ ਪ੍ਰਾਪਤ ਨਹੀਂ ਹੁੰਦੀਆਂ। ਸੋ ਸਤਿਗੁਰ ਕਿਰਪਾ ਕਰਦੇ ਹਨ ਕਿ ਕਈ ਕੋਟ ਮੰਗ ਹੈ ਸਤ ਸੰਗ, ਕਰੋੜਾਂ ਹੀ ਜੀਵ ਐਸੇ ਹਨ ਜਿਹੜੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦੇ ਹਨ। ਪਾਰ ਬ੍ਰਹਮ ਤਿਨ ਲਾਗਾ ਰੰਗ। ਫਿਰ ਉਹਨਾਂ ਨੂੰ ਪਰਮੇਸ਼ਰ ਕਾਲ ਪੁਰਖ ਜਿਹੜੇ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਪ੍ਰਭੂ ਪਰਮੇਸ਼ਰ ਕਾਲ ਪੁਰਖ ਦੇ ਪਿਆਰ ਦਾ ਰੰਗ ਲੱਗ ਜਾਂਦਾ ਹੈ, ਤੇ ਐਸਾ ਰੰਗ ਲੱਗਦਾ ਹੈ ਜਿਹੜਾ ਕਿ ਉਤਰਦਾ ਨਹੀਂ। ਸੋ ਉਹ ਇੱਕ ਪੰਜਾਬੀ ਸਾਹਿਬ ਉਹਨਾਂ ਨੇ ਕਰਨਾ ਹੋਵੇ ਤੇ ਇੱਕ ਹੋਰ ਕਰਨ ਨੂੰ ਜੀ ਕਰਦਾ ਆ, ਤੇ ਜਦੋਂ ਏਦਾਂ ਕਰਨ ਵਾਸਤੇ ਜਦੋਂ ਮਨ ਰਾਜੀ ਹੋ ਜਾਵੇ ਕਿ ਇੱਕ ਜਾਪ ਹੋਰ ਕਰੀਏ, ਫਿਰ ਸਮਝੋ ਵੀ ਤੁਹਾਨੂੰ ਪਰਮੇਸ਼ਰ ਕਾਲ ਪੁਰਖ ਦੇ ਨਾਲ ਪਿਆਰ ਹੋਣਾ ਸ਼ੁਰੂ ਹੋ ਗਿਆ ਹੈ। ਸੋ ਸਤਿਗੁਰ ਕਿਰਪਾ ਕਰਦੇ ਆ, ਪਾਰ ਬ੍ਰਹਮ ਤੇ ਨਲਾਗਾ ਰੰਗ। ਜਿਨ੍ਹਾਂ ਨੇ ਪਰਮੇਸ਼ਰ ਕਾਲ ਪੁਰਖ ਸਤਿਗੁਰਾਂ ਦੀ ਕਥਾ ਵਿਚਾਰ ਸਰਵਣ ਕੀਤੀ ਆ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕੀਤੀਆਂ, ਉਹਨਾਂ ਨੂੰ ਹੀ ਪਰਮੇਸ਼ਰ ਕਾਲ ਪੁਰਖ ਦਾ ਪਿਆਰ ਦਾ ਰੰਗ ਲੱਗਦਾ ਹੈ। ਜਿਨ ਕਾ ਹੋਏ ਆਪ ਸੋ ਪ੍ਰਸੰਨ। ਫਿਰ ਉਹਨਾਂ ਦੇ ਉੱਤੇ ਪਰਮੇਸ਼ਰ ਕਾਲ ਪੁਰਖ ਆਪ ਪ੍ਰਸੰਨ ਭਾਵ ਖੁਸ਼ ਵੀ ਹੁੰਦਾ ਹੈ। ਨਾਨਕ ਤੇ ਜਨ ਸਦਾ ਧਨ ਧਨ। ਸਤਿਗੁਰ ਦੀ ਆਖਰੀ ਪੰਕਤੀ ਵਿੱਚ ਕਥਨ ਕਰਦੇ ਹਨ ਕਿ
ਨਾਨਕ ਤੇ ਜਨ ਸਦਾ ਧੰਨ ਧੰਨ। ਅਸੀਂ ਉਸ ਜਨ ਤੋਂ, ਉਸ ਗੁਰਸਿੱਖ ਤੋਂ, ਉਸ ਭਗਤ ਤੋਂ ਧੰਨ ਧੰਨ, ਸਦਾ ਹੀ ਧੰਨ ਧੰਨ, ਭਾਵ ਕਿ ਉਹ ਧੰਨਤਾ ਦੇ ਯੋਗ ਹਨ ਜਿਨ੍ਹਾਂ ਦਾ, ਉਹਨਾਂ ਦਾ ਜੀਵਨ ਧੰਨਤਾ ਦੇ ਯੋਗ ਹੈ ਵੀ ਜਿਨ੍ਹਾਂ ਪਰਮੇਸ਼ਰ ਅਕਾਲ ਪੁਰਖ ਦੇ ਕਥਾ ਵਿਚਾਰ, ਸ਼ਬਦ ਦੀ ਕਥਾ ਵਿਚਾਰ ਸਰਵਣ ਕਰਦੇ ਹਨ, ਜਿਨ੍ਹਾਂ ਨੂੰ ਪਰਮੇਸ਼ਰ ਅਕਾਲ ਪੁਰਖ ਦੇ ਪ੍ਰੇਮ ਦਾ ਰੰਗ ਲੱਗਾ ਹੈ, ਜਿਨ ਕੋ ਹੋਏ ਆਪਸ ਨੂੰ, ਜਿਨ੍ਹਾਂ ਉੱਤੇ ਪਰਮੇਸ਼ਰ ਅਕਾਲ ਪੁਰਖ ਆਪ ਖੁਸ਼ ਹੈ। ਸਤਿਗੁਰ ਕਥਨ ਕਰਦੇ ਨਾਨਕ ਤੇ ਜਨ ਸਦਾ ਧੰਨ ਧੰਨ। ਅਸੀਂ ਉਹਨਾਂ ਜਨ ਭਗਤ ਗੁਰਮੁਖ ਪਿਆਰਿਆਂ ਦੇ ਸਦਾ ਹੀ ਧੰਨ ਧੰਨ, ਭਾਵ ਕਿ ਉਹ ਧੰਨਤਾ ਦੇ ਯੋਗ ਹਨ। ਤੇ ਸਮੂਹ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਮੂਹ ਸੰਗਤਾਂ ਨੇ ਹੀ 10ਵੀਂ ਅਸ਼ਟਪਦੀ ਦੀ 6ਵੀਂ ਪੌੜੀ ਸਰਵਣ ਕੀਤੀ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ, ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ। ਇਸੇ ਤਰ੍ਹਾਂ ਹੀ ਕੱਲ ਨੂੰ 7ਵੀਂ ਪੌੜੀ ਦੀ ਕਥਾ ਵਿਚਾਰ ਹੋਵੇਗੀ। ਆਪ ਸਮੂਹ ਸੰਗਤਾਂ ਨੇ ਸੰਪੂਰਨ ਸ੍ਰੀ ਸੁਖਮਨੀ ਸਾਹਿਬ ਜੀ ਕਥਾ ਵਿਚਾਰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰਨਾ ਹੈ। ਆਓ ਆਖਰੀਆਂ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਕਰਦੇ ਹਾਂ। ਜਿਨ ਕਾ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ। ਜਿਨ ਕਾ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।